ਸਤਿ ਸ੍ਰੀ ਅਕਾਲ। ਤੁਸੀਂ ਲੋਕ ਰਾਣੀ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਉਹਨਾਂ ਖਬਰਾਂ ਬਾਰੇ ਜਿਨ੍ਹਾਂ ਦੀ ਚਰਚਾ ਚੱਲ ਰਹੀ ਹੈ ਰੋਜ਼ਾਨਾ ਦੀ ਤਰ੍ਹਾਂ। ਕਿਸਾਨ ਅੰਦੋਲਨ ਨੂੰ ਲੈ ਕੇ ਬੀਜੇਪੀ ਦੇ ਵਿਧਾਇਕ ਦੀ ਜਿਸ ਢੰਗ ਦੇ ਨਾਲ ਪੰਜਾਬ 'ਚ ਕੁੱਟਮਾਰ ਹੋਈ ਹੈ ਉਹਦਾ ਰੋਹ ਜਿਹੜਾ ਬੀਜੇਪੀ ਨੂੰ ਇੱਦਾਂ ਲੈ ਲਓ ਕਿ ਸਿਆਸੀ ਇੱਕ ਹਥਿਆਰ ਮਿਲ ਗਿਆ। ਹਰਿਆਣਾ ਦੇ ਵਿੱਚ ਬੀਜੇਪੀ ਵੱਲੋਂ ਪ੍ਰਦਰਸ਼ਨਾਂ 'ਤੇ ਜ਼ੋਰ ਦਿੱਤਾ ਜਾ ਰਿਹਾ, ਪੰਜਾਬ ਦੇ ਵਿੱਚ ਵੀ, ਪਰ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ ਅਤੇ ਇਸ ਨੂੰ ਲੈ ਕੇ ਗੁਰਨਾਮ ਸਿੰਘ ਚੜੂੰਨੀ ਹੋਣਾ ਦਾ ਬਿਆਨ ਵੀ ਸਾਹਮਣੇ ਆਇਆ। ਉਹਨਾਂ ਦਾ ਕੀ ਕਹਿਣਾ ਹੈ, ਕੀ ਉਹਨਾਂ ਨੇ ਕਿਸਾਨਾਂ ਨੂੰ ਸੁਨੇਹਾ ਦਿੱਤਾ ਹੈ ਅਤੇ ਸਿਆਸੀ ਲੀਡਰਾਂ ਨੂੰ ਜਾਂ ਬੀਜੇਪੀ ਨੂੰ ਕੀ ਕਹਿਣਾ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਹੋਲੇ ਮਹੱਲੇ ਮੌਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਟੇਜ ਤੋਂ ਜਦੋਂ ਇਹ ਬੋਲਦੇ ਨੇ ਕਿ ਧਰਮ ਅਤੇ ਰਾਜਨੀਤੀ, ਇਸ ਉੱਤੇ ਇਹ ਇੱਕ ਘਟੀਆ ਦਰਜੇ ਦੀ ਕਿ ਰਾਜਨੀਤੀ ਖੇਡੀ ਜਾਂਦੀ ਹੈ। ਉਹ ਕਹਿੰਦੇ ਨੇ ਕਿ ਧਰਮ ਹਾਵੀ ਹੋਣਾ ਚਾਹੀਦਾ ਰਾਜਨੀਤੀ 'ਤੇ, ਨਾ ਕਿ ਰਾਜਨੀਤੀ ਉਹ ਕਿਸੇ ਵੀ ਫਿਰਕੇ ਦੇ ਵਿੱਚ ਹੋਵੇ, ਭਾਵੇਂ ਕਿਸੇ ਸੰਸਥਾ ਦੇ ਵਿੱਚ ਹੋਵੇ। ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਕਿ ਰਾਜਨੀਤੀ ਕਿੱਥੇ ਕਿੱਥੇ ਆ, ਸ਼੍ਰੋਮਣੀ ਕਮੇਟੀ ਵਿੱਚ ਕਿੱਦਾਂ ਪਣਪ ਰਹੀ ਆ, ਅਗਲੇ ਸਮੇਂ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਰਾਜਨੀਤੀ ਖੇਡੀ ਜਾਂਦੀ ਆ, ਸ਼੍ਰੋਮਣੀ ਅਕਾਲੀ ਦਲ ਕਿੱਥੋਂ ਖੜ੍ਹਾ ਹੋਇਆ, ਕਿਹਨਾਂ ਮੁੱਦਿਆਂ ਨੂੰ ਲੈ ਕੇ ਖੜ੍ਹਾ ਹੋਇਆ ਅਤੇ ਅੱਜ ਕੱਲ੍ਹ ਉਹਦਾ ਸਟੈਂਡ ਕੀ ਹੈ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਹੋਰ ਵੀ ਖਬਰਾਂ ਨਾਲੋਂ ਨਾਲ ਨੇ। ਮੈਂ ਉਹਨਾਂ 'ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਮਿੰਦਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਸੁਖਵਿੰਦਰ ਜੀ। ਪਰਮਿੰਦਰ ਜੀ, ਜਿਵੇਂ ਸਭ ਤੋਂ ਪਹਿਲਾਂ ਗੁਰਨਾਮ ਸਿੰਘ ਚੜੂੰਨੀ ਦਾ ਬਿਆਨ ਸਾਹਮਣੇ ਆਇਆ ਹੈ ਕਿ ਇੱਧਰੋਂ ਲੱਠਮਾਰ ਜੇ ਤੁਸੀਂ ਕਰਦੇ ਹੋ, ਕਿਸਾਨਾਂ ਦੇ ਵੱਲੋਂ ਕੀਤਾ ਜਾਂਦਾ ਹੈ, ਜਿਵੇਂ ਵਾਰ-ਵਾਰ ਕਿਹਾ ਜਾ ਰਿਹਾ ਕਿ ਲੱਠਮਾਰ ਹੋਲੀ ਖੇਡੀ ਜਾਣੀ ਹੈ, ਜਿਹੜੇ ਜਦੋਂ ਬੀਜੇਪੀ ਵਾਲਾ ਕੋਈ ਵੀ ਬਾਹਰ ਨਿਕਲੇਗਾ ਤਾਂ ਉਹਨਾਂ ਦਾ ਵਿਰੋਧ ਹੋਏਗਾ। ਦੁਸ਼ਯੰਤ ਚੌਟਾਲਾ ਜਾਂ ਖੱਟਰ ਸਾਹਿਬ ਜਾਂ ਬਾਕੀ ਮੰਤਰੀਆਂ ਦਾ ਹਰਿਆਣੇ ਦੇ ਵਿੱਚ ਹੋ ਰਿਹਾ। ਇਸ ਨੂੰ ਲੈ ਕੇ ਚੜੂੰਨੀ ਸਾਹਿਬ ਨੇ ਕਿਹਾ ਕਿ ਵਿਰੋਧ ਨਹੀਂ ਕਰਨਾ, ਉਹਨਾਂ ਨੂੰ ਆਪਣਾ ਪ੍ਰਦਰਸ਼ਨ ਕਰ ਲੈਣ ਦਿਓ, ਉਹਨਾਂ ਦਾ ਹੱਕ ਹੈ, ਕਿਉਂਕਿ ਜੇਕਰ ਉੱਥੇ ਕੋਈ ਘਟਨਾ ਵਾਪਰਦੀ ਹੈ ਦੋਹਾਂ ਪਾਸਿਆਂ ਤੋਂ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਤਕਰਾਰਬਾਜ਼ੀ ਜਿਹੜੀ ਉਹ ਸਾਹਮਣੇ ਆਉਣੀ ਹੈ, ਤਾਂ ਵਰਲਡ ਲੈਵਲ ਦੇ ਉੱਤੇ ਵੀ ਇਹ ਗੱਲ ਸਾਹਮਣੇ ਜਾਣੀ ਹੈ ਕਿ ਦੇਖੋ ਅਰਾਜਕਤਾ ਵਾਲਾ ਮਾਹੌਲ, ਕਿ ਅਹਿੰਸਾ ਜਿਹਨੂੰ ਕਹਿੰਦੇ ਨੇ ਕਿ ਹਿੰਸਾ ਹੋ ਰਹੀ ਹੈ ਉੱਥੇ, ਅਤੇ ਅਹਿੰਸਾ ਤੋਂ ਪਾਸੇ ਉਹ ਕਹਿੰਦੇ ਸਾਡਾ ਅੰਦੋਲਨ ਜਿਹੜਾ ਚਲਾ ਜਾਂਦਾ। ਫਿਰ ਚੜੂੰਨੀ ਸਾਹਿਬ ਦਾ ਜਿਹੜਾ ਸੁਖਵਿੰਦਰ ਜੀ ਬਿਆਨ ਹੈ ਬੜਾ ਸਿਆਣੇ ਤਰੀਕੇ ਨਾਲ ਪੇਸ਼ ਕਰਿਆ ਹੋਇਆ ਔਰ ਆਪਾਂ ਕਹਿ ਲਓ ਕਿ ਸਮਝ ਵਾਲਾ ਬਿਆਨ ਹੈ। ਉਹਨਾਂ ਦਾ ਕਹਿਣ ਦਾ ਭਾਵ ਤਾਂ ਇਹੀ ਹੈ, ਲੋਕਾਂ ਨੂੰ ਸਮਝਾਉਣ ਦਾ ਭਾਵ ਇਹੀ ਹੈ ਕਿ ਪਬਲਿਕ ਨਾਲ ਪਬਲਿਕ ਭਿੜ ਰਹੀ ਹੈ। ਜਿਹੜਾ ਕੁਛ ਇਹ ਚਾਹੁੰਦੇ ਨੇ, ਸਰਕਾਰਾਂ ਚਾਹੁੰਦੀਆਂ ਹੁੰਦੀਆਂ ਨੇ। ਦੰਗੇ ਕੀ ਹੁੰਦੇ ਨੇ? ਦੰਗਿਆਂ ਦਾ ਇੱਕ ਕਹਿ ਲਓ ਇੱਕ ਰੂਪ ਇਹ ਵੀ ਹੈਗਾ, ਇਹ ਜਦੋਂ ਪਬਲਿਕ ਨੂੰ ਉਕਸਾ ਕੇ ਪਬਲਿਕ ਨੂੰ ਭੜਕਾ ਕੇ ਅੱਗੇ ਤੋਰ ਦੇਣਾ, ਆਪ ਪਿੱਛੇ ਰਹਿਣਾ। ਹਿੰਮਤ ਹੈਗੀ ਹੈ ਤਾਂ ਆਪ ਹੀ ਸਾਰੇ MLA ਆਗੂ ਆ ਜਾਣ ਨਾ, ਵਰਕਰਾਂ ਨੂੰ ਕਿਉਂ ਲੈ ਕੇ ਆਉਂਦੇ? ਵਰਕਰ ਤਾਂ ਪਬਲਿਕ ਹੁੰਦੀ ਹੈ, ਪਬਲਿਕ ਨਾਲ ਪਬਲਿਕ ਦਾ ਕੋਈ ਵਿਰੋਧ ਹੀ ਨਹੀਂ। ਜੇ ਭਾਜਪਾ ਨਾਲ ਪਾਰਟੀ ਨਾਲ ਸੰਬੰਧਿਤ ਵਰਕਰ, ਆਮ ਬੰਦਾ ਜਿਹੜਾ ਪਬਲਿਕ ਹੈ, ਆਮ ਆਦਮੀ ਹੈ ਜਿਹੜਾ, ਉਹਨੂੰ ਦੱਸੋ ਕਿਹੜੇ ਪਿੰਡ 'ਚ ਜਾਣ ਤੋਂ ਰੋਕਿਆ? ਰੋਕ ਤਾਂ ਆਗੂਆਂ ਦੀ ਹੋ ਰਹੀ ਹੈ ਨਾ, ਜਿਹੜੇ ਨੁਮਾਇੰਦੇ ਬਣੇ ਹੋਏ ਨੇ, ਜਿਹੜੇ ਅੱਗੇ ਕਹਿ ਲਓ ਆਪਾਂ ਵੀ ਚੌਧਰੀ ਹੁੰਦੇ ਨੇ, ਠੀਕ ਹੈ, ਜਿਨ੍ਹਾਂ ਕੋਲ MLA MP ਬਣਨ ਤੋਂ ਬਾਅਦ ਜਾਇਦਾਦਾਂ ਦੀ ਭੰਡਾਰੇ ਭਰ ਗਏ, ਉਹਨਾਂ ਦਾ ਵਿਰੋਧ ਹੈ। ਜਿਹੜੇ ਸ਼ਰੇਆਮ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ, ਜਿਹੜੀਆਂ ਕਿਸਾਨ ਮਾਰੂ ਨੀਤੀਆਂ, ਉਹਨਾਂ ਨੂੰ ਕਹਿ ਰਹੇ ਨੇ ਕਿ ਹਾਂ ਇਹ ਬਿਲਕੁਲ ਸਹੀ ਨੇ, ਇਹ ਜਾਇਜ਼ ਨੇ, ਇਹ ਰੱਦ ਨਹੀਂ ਹੋ ਸਕਦੀਆਂ। ਜਿਹੜੇ ਸ਼ਰੇਆਮ ਧਮਕੀਆਂ ਦੇ ਰਹੇ ਨੇ, ਜਿਹੜੇ ਸ਼ਰੇਆਮ ਧਮਕੀਆਂ ਦਿੰਦੇ ਆਏ ਨੇ, ਡੰਡਿਆਂ ਨਾਲ ਉਠਾ ਦਾਂਗੇ ਜੀ, ਇੱਥੇ ਕਾਂਗਰਸੀ ਬੈਠੇ ਨੇ, ਇੱਥੇ ਕਾਮਰੇਡ ਬੈਠੇ ਨੇ, ਫਲਾਣਾ ਜੀ ਖਾਲਿਸਤਾਨੀ ਨੇ, ਜਿਹੜੇ ਐਂ ਬੋਲ ਰਹੇ ਨੇ, ਜਾਂ ਜਿਹੜੇ ਕਹਿ ਰਹੇ ਨੇ ਕਿ ਇਹ ਤਾਂ ਲਾਗੂ ਹੋਣਗੇ ਹੀ, ਚੋਣ ਮੈਨੀਫੈਸਟੋ ਦਾ ਹਿੱਸਾ ਹੋਣਗੇ ਜੀ, ਰੋਕ ਕੇ ਦਿਖਾਓ, ਜਿਹੜੇ ਐਂ ਕਹਿੰਦੇ ਨੇ ਅਸੀਂ ਪਿੰਡਾਂ ਜਾਵਾਂਗੇ, ਸਾਨੂੰ ਰੋਕੋ, ਕਿਹੜਾ ਰੋਕਦਾ? ਉਹਨਾਂ ਲੋਕਾਂ ਦਾ ਵਿਰੋਧ ਹੋ ਰਿਹਾ ਹੈ। ਜੇ ਉਹਨਾਂ ਲੋਕਾਂ ਦਾ ਵਿਰੋਧ ਹੋ ਰਿਹਾ ਤਾਂ ਕਿਉਂ ਜਾ ਰਹੇ ਨੇ ਉਹ? ਇਹਦਾ ਮਤਲਬ ਸਿੱਧੇ ਤੌਰ 'ਤੇ ਹੈ ਕਿ ਉਹ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਬਣੀ ਹੋਈ ਹੈ ਉਹਨੂੰ ਭੰਗ ਕਰ ਰਹੇ ਨੇ, ਪੰਜਾਬ ਦਾ ਜਾਂ ਹਰਿਆਣੇ ਦਾ ਮਾਹੌਲ ਖ਼ਰਾਬ ਕਰ ਰਹੇ ਨੇ। ਲੱਠਮਾਰ ਬੰਦੇ ਪਬਲਿਕ ਦੇ, ਜਿਹੜੇ ਉਹਨਾਂ ਦੇ ਭਾਜਪਾ ਦੇ ਵਰਕਰ ਨੇ, ਉਹਨਾਂ ਨੂੰ ਭੜਕਾ ਕੇ ਅੱਗੇ ਤੋਰ ਰਹੇ ਨੇ ਕਿ ਲਾਠੀਆਂ ਲੈ ਕੇ ਤੁਸੀਂ ਚੱਲੋ। ਉੱਧਰ ਕਿਸਾਨਾਂ ਨੂੰ ਭੜਕਾ ਦਿੰਦੇ ਕਿ ਅਸੀਂ ਆ ਰਹੇ ਹਾਂ ਤਾਂ ਤੁਸੀਂ ਜਾਓ ਨਾ, ਵੀ ਲੋਕਾਂ ਨੂੰ ਕਿਉਂ ਤੋਰਦੇ ਹੋ? ਜਿਹੜਾ ਕੁਛ ਹੋਣਾ ਫਿਰ ਦੇਖੀ ਜਾਊਗੀ। ਆਪ ਤਾਂ ਇਹ ਘਰਾਂ 'ਚ ਬੜੇ ਬੈਠੇ ਨੇ, ਆਪ ਤਾਂ ਅੰਦਰੋਂ ਬਿਆਨ ਦਾਗੀ ਜਾਂਦੇ ਨੇ, ਔਰ ਜਿੱਥੇ ਕਿਤੇ ਇਹਨਾਂ ਨੂੰ ਰੋਕਿਆ ਜਾਂਦਾ ਪਹਿਲਾਂ ਤਾਂ ਇਹਨਾਂ ਦਾ ਫਰਜ਼ ਨਹੀਂ ਬਣਦਾ। ਜਦੋਂ ਕਾਨੂੰਨ ਦੀ ਆਪਾਂ ਪਾਲਣਾ ਕਰ ਰਿਹਾ ਹੋਵੇ ਬੰਦਾ, ਤਾਂ ਪਤਾ ਹੋਵੇ ਵੀ ਮੇਰੇ ਕਰਕੇ
ਕਾਨੂੰਨ ਦੀ ਉਲੰਘਣਾ ਹੋਏਗੀ ਯਾਰ, ਇੱਥੇ ਬੰਦੇ ਦੇ ਕਿਸੇ ਸੱਟ ਲੱਗ ਸਕਦੀ ਹੈ। ਪਬਲਿਕ ਤਾਂ ਪਬਲਿਕ ਆ, ਪਬਲਿਕ ਦੇ ਕਿਸੇ ਦੇ ਵੀ ਸੱਟ ਲੱਗ ਜੇ। ਉੱਦਾਂ ਜੇ ਕੋਈ ਜਦੋਂ ਇੱਥੇ ਆਹ ਦਿੱਲੀ ਮੋਰਚੇ ਦੇ ਵਿੱਚ ਜੇ ਕੋਈ ਮੌਤ ਹੋਈ ਆ ਤਾਂ ਭਾਜਪਾ ਦੇ ਕਿਸੇ ਬੰਦੇ ਨੇ ਕੋਈ ਮੂੰਹ ਨਹੀਂ ਖੋਲ੍ਹਿਆ। ਆਮ ਬੰਦਾ ਮਰਿਆ ਨਾ ਤਾਂ ਨਹੀਂ ਮੂੰਹ ਖੋਲ੍ਹਿਆ। ਅਤੇ ਜੇ ਇੱਥੇ ਆਮ ਬੰਦੇ ਦੇ ਵੀ ਕਿਸੇ ਸੱਟ ਲੱਗਦੀ ਹੈ, ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਚਾਹੇ ਉਹ ਭਾਜਪਾ ਦਾ ਆਗੂ ਪਾਰਟੀ ਦਾ ਬੰਦਾ ਹੋਵੇ ਅਤੇ ਚਾਹੇ ਉਹ ਦੂਜਾ ਕਿਸਾਨ ਵਾਲੇ ਪਾਸਿਆਂ ਦਾ ਬੰਦਾ ਹੋਵੇ, ਆਮ ਬੰਦਾ ਹੋਵੇ, ਹੈ ਨਾ। ਲੇਕਿਨ ਜੇ ਇਹਨਾਂ ਦੇ ਕਿਸੇ ਆਗੂ ਦੇ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦੇ ਖਰੋਂਚ ਤੱਕ ਵੀ ਆ ਗਈ ਤਾਂ ਲੋਕਤੰਤਰ ਨੂੰ ਖਤਰਾ ਸਿੱਧਾ, ਮਤਲਬ ਪਾਰਲੀਮੈਂਟ 'ਤੇ ਹਮਲਾ ਹੈ। ਠੀਕ ਹੈ ਜੀ, ਉਹ ਫਿਰ ਉਹ ਬਰਦਾਸ਼ਤ ਨਹੀਂ। ਇਸੇ ਕਰਕੇ ਇਹ ਇੱਕ ਤਾਂ ਆਪਣੀ ਸੱਟ ਨਾ ਲੱਗ ਜੇ, ਆਪ ਮੂਹਰੇ ਨਾ ਹੋ ਜਾਣ, ਠੀਕ ਹੈ, ਅਤੇ ਪਿੱਛੇ ਰਹਿ ਕੇ ਲੋਕਾਂ ਨੂੰ ਭੜਕਾ ਕੇ ਅੱਗੇ ਭੇਜ ਦੇਣ। ਉਹਦਾ ਨੁਕਸਾਨ ਕਿਸਾਨਾਂ ਦਾ ਵੀ ਹੈਗਾ, ਇਹਨਾਂ ਬੰਦਿਆਂ ਦਾ ਵੀ ਜਿਹੜੇ ਪਾਰਟੀ ਨਾਲ ਜੁੜੇ ਹੁੰਦੇ ਨੇ, ਬੀਜੇਪੀ ਨਾਲ ਜੁੜੇ ਹੋਏ ਨੇ। ਇਹਨਾਂ ਨੂੰ ਪਤਾ ਕੁਛ ਨਹੀਂ ਹਾਲੇ, ਪਾਰਟੀ ਨਾਲ ਜੁੜੇ ਹੋਏ ਬੰਦਿਆਂ ਨੂੰ, ਉਹਨਾਂ ਨੂੰ ਕੀ ਪਤਾ ਕਿ ਕਿਵੇਂ ਕੁਰਸੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹਨਾਂ ਨੂੰ ਤਾਂ ਆਪਣੀ ਪਾਰਟੀ ਚੰਗੀ ਲੱਗਦੀ ਹੈ, ਪਾਰਟੀ ਦੀਆਂ ਨੀਤੀਆਂ ਚੰਗੀਆਂ ਲੱਗਦੀਆਂ ਨੇ, ਪਰ ਜਦੋਂ ਇਹਨਾਂ ਦੇ ਆਪਣੇ ਬੰਦੇ ਅੰਦਰੋਂ ਬੋਲ ਰਹੇ ਨੇ, ਹੁਣ ਹੌਲੀ ਹੌਲੀ ਫਰਕ ਪੈਣਾ ਹੀ ਹੈ। ਚਲੋ ਜਨੂਨੀ ਸਾਹਿਬ ਨੇ ਕਹਿ ਲਓ ਵੀ ਇਹ ਲੋਕਾਂ ਦੇ ਵਿੱਚ ਮੈਸੇਜ ਭੇਜਿਆ ਕਿ ਜੇ ਰੋਸ ਪ੍ਰਦਰਸ਼ਨ ਕਰਨ ਦੇ ਤਾਂ ਕਰਨ ਦਿਓ, ਤੁਸੀਂ ਕਿਉਂ ਵਿੱਚ ਆਉਂਦੇ ਹੋ। ਉਹ ਕਹਿੰਦੇ ਵੀ ਸ਼ਰੇਆਮ ਕਹਿ ਰਹੇ ਨੇ ਕਿ ਇਹ ਲੋਕਾਂ ਨੂੰ ਭੇਜ ਰਹੇ ਨੇ ਸਾਡੇ 'ਚ, ਇਹ ਲੋਕਾਂ ਨੂੰ ਭੇਜ ਕੇ ਟਕਰਾਅ ਪੈਦਾ ਕਰ ਰਹੇ ਨੇ। ਉਹ ਟਕਰਾਅ ਜਿਹੜਾ ਫਿਰ ਉਹ ਕਿਤੇ ਨਾ ਕਿਤੇ ਜਾ ਕੇ ਕੋਈ ਵੱਡਾ ਸਟੈਪ ਚੱਕਣ ਲਈ ਸਰਕਾਰ ਨੂੰ ਰਾਹ ਦੇ ਦੂਗਾ। ਕਿਸੇ ਸੱਟ ਮਾਰ ਸਕਦੇ ਹੈ, ਕਿਸੇ ਦੀ ਮੌਤ ਵੀ ਹੋ ਸਕਦੀ ਹੈ, ਪੁਲਿਸ ਨੂੰ ਮੌਕਾ ਮਿਲੇਗਾ ਲਾਠੀਆਂ ਬਣਾਉਣ ਦਾ। ਠੀਕ ਹੈ ਜੀ, ਉਹ ਕਿਉਂਕਿ ਸਰਕਾਰ ਉੱਥੇ ਹਰਿਆਣਾ ਦੇ ਵਿੱਚ ਬੀਜੇਪੀ ਦੀ, ਅਤੇ ਉਹਨਾਂ ਨੂੰ ਭਾਜਪਾ ਦੇ ਆਗੂਆਂ ਨੂੰ ਜਾਂ ਭਾਜਪਾ ਦੇ ਵਰਕਰਾਂ ਨੂੰ ਬਚਾਊਗੀ, ਕਿਸਾਨਾਂ ਦੀ ਜ਼ਿਆਦਾ ਕੁੱਟਮਾਰ ਕਰੂਗੀ। ਬਿਲਕੁਲ, ਜਿਸ ਢੰਗ ਨਾਲ ਸ਼ਾਂਤਮਈ ਪ੍ਰਦਰਸ਼ਨ ਚੱਲ ਰਿਹਾ, ਟਕਰਾਅ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਹਥਿਆਰ, ਇੱਦਾਂ ਕਹਿ ਲਈਏ ਕਿ ਵਿਰੋਧੀਆਂ ਦੇ ਕੋਲ, ਕਿ ਜਿਸ ਢੰਗ ਦੇ ਨਾਲ ਅੰਦੋਲਨ ਨੂੰ ਕੁਚਲਣ ਦੇ ਲਈ ਜਾਂ ਅੰਦੋਲਨ ਨੂੰ ਖਤਮ ਕਰਾਉਣ ਦੇ ਲਈ ਹੋਰ ਕੋਈ ਐਕਸ਼ਨ ਹੀ ਨਹੀਂ ਕਹਿੰਦੇ। ਸਿਰਫ ਇਹੀ ਆ, ਇਸੇ ਪਾਸੇ ਵੱਲ ਧਿਆਨ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਕਿਸਾਨ ਭੜਕਣ ਅਤੇ ਅਸੀਂ ਉੱਥੋਂ ਆਪਣਾ ਮੌਕਾ ਲੈ ਕੇ ਅਤੇ ਉਹਨਾਂ ਨੂੰ ਖਦੇੜ ਦਈਏ ਉੱਥੋਂ। ਦੇਖੋ, ਇੱਕ ਸ਼ਾਂਤੀ ਹੀ ਇਸ ਤਰ੍ਹਾਂ ਦੀ ਚੀਜ਼ ਅੰਦੋਲਨ ਦਾ ਸਾਥ ਦੇ ਰਹੀ ਆ, ਜਿਹੜਾ ਵਾਰ-ਵਾਰ ਕਿਸਾਨ ਆਗੂ ਵੀ ਕਹਿ ਰਹੇ ਨੇ ਕਿ ਸ਼ਾਂਤੀ ਰੱਖੋ, ਬਣਾਈ ਰੱਖੋ, ਜਿਹਦੇ ਨਾਲ ਇਹਨਾਂ ਦੀਆਂ ਸਾਰੀਆਂ ਚਾਲਾਂ ਫੇਲ ਹੋ ਰਹੀਆਂ ਨੇ, ਸਾਰੀਆਂ ਸਾਜ਼ਿਸ਼ਾਂ ਇਹਨਾਂ ਦੀਆਂ ਬੇਨਕਾਬ ਵੀ ਹੋ ਰਹੀਆਂ ਨੇ, ਫੇਲ ਵੀ ਹੋ ਰਹੀਆਂ ਨੇ। ਇਹ ਖੁਦ ਹੈਰਾਨ ਨੇ ਵੀ ਇੰਨਾ ਸਬਰ ਕਿਵੇਂ ਕਰੀ ਬੈਠੇ ਨੇ। ਇਹਨਾਂ ਨੂੰ ਪਤਾ ਸੀ ਪਹਿਲਾਂ ਵੀ ਜੇ ਪੰਜਾਬ ਦੇ ਤਾਂ ਲੋਕ ਹੈਗੇ ਨੇ, ਇਹਨਾਂ ਨੂੰ ਭੜਕਾ ਦਿਓ, ਇਹ ਆਪਸ ਵਿੱਚ ਉਲਝ ਜਾਣਗੇ। ਦੇਖੋ, ਉਲਝਾਉਣ ਦੇ ਲਈ ਬਥੇਰੇ ਲੋਕ ਬਾੜੇ ਵੀ ਅੰਦਰ, ਐਵੇਂ ਕਹੀਏ ਬਹੁਤ ਕੁਛ ਹੋਇਆ ਸੋਸ਼ਲ ਮੀਡੀਆ 'ਤੇ ਅੱਜ ਵੀ ਚੱਲ ਰਿਹਾ। ਚਲੋ, ਇੱਕ ਪੰਜਾਬ ਦੇ ਲੋਕਾਂ ਨੇ ਐਡਾ ਸਬਰ ਸੰਤੋਖ ਦਿਖਾਇਆ ਕਿ ਉੱਥੇ ਬੈਠੇ ਨੇ, ਡਟੇ ਬੈਠੇ ਨੇ ਕਿ ਕੋਈ ਗੱਲ ਨਹੀਂ, ਆਓ ਤੁਸੀਂ ਜੋ ਐਂ ਕਹਿ ਲਓ। ਸਾਡੇ ਗੁਰੂ ਸਾਹਿਬਾਨਾਂ ਨੇ ਵੀ ਕਿਹਾ ਵੀ ਭੈ ਕਾਹੂ ਕੋ ਦੇ ਦੇਣਾ ਨਹਿ ਭੈ ਮਾਨ ਧਾਨ, ਕੋਈ ਗੱਲ ਨਹੀਂ, ਅਸੀਂ ਭੈ ਨਹੀਂ ਦਿੰਦੇ। ਪਰ ਜੇ ਕਿਤੇ ਹੁਣ ਹੱਦ ਹੀ ਹੋ ਗਈ ਕਿਸੇ ਚੀਜ਼ ਦੀ ਤਾਂ ਉਹ ਗੁੱਸਾ ਫੁੱਟੂਗਾ ਵੀ ਕਿਤੇ ਨਾ ਕਿਤੇ ਨਾ, ਫਿਰ ਦੇਖੀ ਜਾਊਗੀ ਉਦੋਂ। ਫਿਲਹਾਲ ਉਹ ਸਬਰ ਕਰੀ ਬੈਠੇ ਆ। ਦਿੱਲੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੜਬੜ ਨਹੀਂ ਹੋ ਰਹੀ ਹਾਲੇ, ਉਹ ਵੀ ਬੈਠੇ ਨੇ ਸ਼ਾਂਤੀ ਨਾਲ। ਅਤੇ ਬਾਕੀ ਸਟੇਟਾਂ ਦੇ ਵਿੱਚ ਭੜਕਾਉਣ ਦਾ ਮਾਹੌਲ ਬਣਾਇਆ ਹੋਇਆ ਇਹਨਾਂ ਨੇ। ਕਿਤੇ ਨਾ ਕਿਤੇ ਰਾਸ਼ਟਰਪਤੀ ਰਾਜ ਲਾਗੂ, ਜਿੱਥੇ ਚੋਣਾਂ ਹੋਣੀਆਂ ਨੇ ਉੱਥੇ ਰਾਸ਼ਟਰਪਤੀ ਰਾਜ ਲਾਗੂ ਕਰਕੇ ਜਾਂ ਕੁਛ ਹੋਰ ਕਰਕੇ ਕਿਸੇ ਤਰੀਕੇ ਨਾਲ ਵੀ ਆਪਣੇ ਕਬਜ਼ੇ 'ਚ ਲੈਣਾ, ਮਤਲਬ ਐਂ ਕਹਿ ਲਓ ਇਹਨਾਂ ਨੇ। ਉੱਥੋਂ ਦੀ ਜਿਹੜੀ ਸਰਕਾਰ ਨੂੰ ਭੰਗ ਕਰਨ ਦਾ ਕੋਈ ਮੌਕਾ ਮਿਲੇ ਜਾਂ ਉੱਥੇ ਕਿਸਾਨਾਂ ਦੀ ਫੜੋ ਫੜੀ ਹੋਵੇ ਅਤੇ ਇਹਨਾਂ ਨੂੰ ਮੌਕਾ ਮਿਲ ਜੇ, ਇਹਨਾਂ ਦੇ ਵਰਕਰ ਹਾਵੀ ਹੋ ਜਾਣ, ਇਹ ਫਿਰ ਹੁੜਦੰਗ ਮਚਾਉਂਦੇ ਫਿਰਨ। ਜਿਵੇਂ ਹੁਣ ਤੁਸੀਂ ਦੇਖ ਹੀ ਰਹੇ ਹੋ, ਧੱਕੇ ਨਾਲ ਕੱਲ੍ਹ ਮਲੋਟ ਬੰਦ ਕਰਾਉਣ ਦੀ ਕੋਸ਼ਿਸ਼ ਕਰੀ ਹੈ ਕਿਸਾਨਾਂ ਨੇ। ਕਿਸਾਨ ਕਹਿੰਦੇ, ਦੁਕਾਨਦਾਰ ਖੁਦ ਕਹਿ ਰਹੇ ਸੀ ਵੀ ਅਸੀਂ ਨਹੀਂ ਬੰਦ ਕਰਦੇ। ਬੀਜੇਪੀ ਨੇ ਕੋਸ਼ਿਸ਼ ਕੀਤੀ ਆ। ਕਿਸਾਨਾਂ ਦੇ ਹੱਕ 'ਚ ਕਹਿੰਦੇ ਅਸੀਂ ਕਿਸਾਨਾਂ ਦੇ ਹੱਕ 'ਚ ਹੈ। ਦੁਕਾਨਦਾਰ ਕਹਿੰਦੇ ਵੀ ਤੁਸੀਂ ਕਿਉਂ ਬੰਦ ਕਰਾ ਰਹੇ ਹੋ, ਹੁਣ ਹੋਰ ਬੰਦ ਕਰਾ ਦਿਓ। ਜੇ ਕਿਸਾਨ ਬੰਦ ਕਰਾਉਂਦੇ ਨੇ, ਉਹ ਲੋਕਤੰਤਰ ਦਾ ਘਾਣ ਹੈ ਜੀ, ਸੰਵਿਧਾਨ ਦੀ ਹੱਤਕ ਹੈ ਜੀ, ਸੰਵਿਧਾਨ ਦਾ ਉਲੰਘਣ ਹੈ ਸੰਵਿਧਾਨ ਦੀ। ਆਪ ਕਿਉਂ ਬੰਦ ਕਰਾ ਰਹੇ ਨੇ? ਫਿਰ ਕੀ ਹੋ ਗਿਆ ਜੇ ਇੱਕ MLA ਨਾਲ ਕੋਈ ਗੱਲਬਾਤ ਹੋ ਗਈ, ਉਹਦੇ ਲਈ ਕਾਨੂੰਨ ਬਣਿਆ ਹੋਇਆ। ਕਾਨੂੰਨ ਪੁਲਿਸ ਨੂੰ ਕਾਰਵਾਈ ਕਰਨ, ਤੁਸੀਂ ਨਹੀਂ ਜਾਂਚਾਂ ਬਿਠਾ ਦਿੰਦੇ, ਤੁਸੀਂ ਨਹੀਂ ਸਿੱਟ ਬਿਠਾ ਦਿੰਦੇ। ਜਦੋਂ ਕੋਈ ਆਮ ਬੰਦਾ ਕਿਸੇ ਪਬਲਿਕ ਸਭ ਤੋਂ ਵੱਡੀ ਤਾਂ ਪਬਲਿਕ ਹੈ ਨਾ, ਜੇ ਉਹਦੇ ਖਰੋਚ ਵੀ ਆਉਂਦੀ ਹੈ ਜਾਂ ਉਹਦੀ ਜਾਨ ਵੀ ਚਲੀ ਜਾਂਦੀ ਹੈ ਤਾਂ ਤੁਸੀਂ ਗੋਲੀ ਵੀ ਮਰਵਾ ਦਿੰਦੇ ਹੋ, ਜੋ ਵੀ ਹੈ, ਦੰਗੇ ਵੀ ਕਰਵਾ ਦਿੰਦੇ ਹੋ, ਤਾਂ ਉਹਦੀਆਂ ਜਾਂਚਾਂ ਅੱਜ ਤੱਕ 84 ਦੀਆਂ ਜਾਂਚਾਂ ਅੱਜ ਤੱਕ ਚਲੀ ਜਾਂਦੀਆਂ ਨੇ। ਠੀਕ ਹੈ, ਛੋਟਾ ਜਿਹਾ ਉਹ ਕਹਾਣ ਸੀਗਾ ਕੋਈ
ਤੇ ਅੱਗੇ ਵੀ ਜਿੰਨੇ ਕਿੰਨੇ ਵੀ ਤੁਸੀਂ ਦੇਖਿਆ ਪੰਜਾਬ ਨੇ ਕਿੱਡੇ ਹਾਲਾਤ ਹੰਢਾਏ ਨੇ, ਤੇ ਜਾਂਚਾਂ ਬੈਠੀਆਂ ਨੇ, ਤੇ ਤੁਹਾਡੀ ਵੀ ਜਾਂਚ ਬੈਠ ਜੂਗੀ, ਫਿਰ ਕੀ ਹੋ ਗਿਆ? ਸੰਵਿਧਾਨ ਦਾ ਬਰਾਬਰ ਹੈ, ਕਾਨੂੰਨ ਬਰਾਬਰ ਹੈ। ਜੇ ਤੁਹਾਡੇ ਨਾਲ ਧੱਕਾ ਹੋਇਆ ਤਾਂ ਜਿਹੜੇ ਬੰਦੇ ਹੈਗੇ ਸੀ ਜਿਨ੍ਹਾਂ ਨੇ ਧੱਕਾ ਕਰਿਆ ਉਹਨਾਂ ਨੂੰ ਸਜ਼ਾ ਦੇ ਦੂਗਾ ਕਾਨੂੰਨ। ਤੁਸੀਂ ਕੌਣ ਹੁੰਦੇ ਹੋ ਇੱਦਾਂ ਕਰਨ? ਅੱਛਾ, ਵਿਧਾਇਕ ਤੇ ਹੋਏ ਹਮਲੇ ਤੋਂ ਬਾਅਦ ਮੈਨੂੰ ਇੱਥੇ ਇੱਕ ਫਿਲਮ ਦਾ ਸੀਨ ਯਾਦ ਆਉਂਦਾ, ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਰਾਜਾ ਤੇ ਰਾਜਕੁਮਾਰ ਜਿਹੜੇ ਹੁੰਦੇ ਨੇ ਇਹ ਸਿਰਫ ਰਾਜ ਕਰਨ ਲਈ ਹੁੰਦੇ ਨੇ, ਬਲੀ ਜਾਂ ਕੁਰਬਾਨੀ ਜਿਹੜੇ ਨੇ ਉਹ ਤਾਂ ਜਿਹੜੇ ਉਹਨਾਂ ਦੇ ਪਿਆਦੇ ਲਾ ਲਓ ਜਾਂ ਉਹਨਾਂ ਦੇ ਸਿਪਾਹੀ ਲਾ ਲਓ, ਜਿਹੜੇ ਉਹਨਾਂ ਲਈ ਅੱਗੇ ਹੋ ਕੇ ਲੜਦੇ ਨੇ, ਉਹ ਉਹਨਾਂ ਦੀ ਬਲੀ ਲੈ ਲਈ ਜਾਂਦੀ ਹੈ। ਇਹ ਤਾਂ ਸਿਰਫ ਰਾਜ ਕਰਨ ਦੀਆਂ ਗੱਲਾਂ ਨੇ ਕਿ ਉਹਨਾਂ ਨੇ ਰਾਜ ਕਰਨਾ, ਜਿਹੜੇ ਨਿਚਲੇ ਲੈਵਲ 'ਤੇ ਨੇ ਉਹਨਾਂ ਨੂੰ ਕੁਰਬਾਨੀ ਲਈ ਤਿਆਰ ਰਹਿਣਾ ਚਾਹੀਦਾ, ਕਿ ਬਲੀ ਦਾ ਬੱਕਰਾ ਉਹਨਾਂ ਨੂੰ ਬਣਾ ਦੇਣਾ। ਦੇਖੋ, ਪਹਿਲਾਂ ਉਹ ਰਾਜਿਆਂ ਦੀ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਲੋਕਤੰਤਰ ਨਹੀਂ ਸੀ। ਉਹ ਚੋਣ ਦੇ ਤਰੀਕੇ ਨਾਲ, ਵੋਟਾਂ ਦੇ ਤਰੀਕੇ ਨਾਲ, ਲੋਕਤੰਤਰਿਕ ਤਰੀਕੇ ਨਾਲ ਨਹੀਂ ਸੀ ਚੁਣਿਆ ਜਾਂਦਾ। ਉਹ ਪੁਸ਼ਤੈਨੀ ਚੱਲਿਆ ਆਉਂਦਾ ਸੀਗਾ। ਉਹਨਾਂ ਦੇ ਲਈ ਇਹ ਗੱਲ ਜਾਇਜ਼ ਹੈ। ਪਰ ਪੁਸ਼ਤੈਨੀ ਅੱਜ ਨਹੀਂ ਚੱਲਦਾ। ਜਿਵੇਂ ਕਹਿੰਦੇ ਨੇ ਕਿ ਸਿਆਸਤ 'ਚ ਪਰਿਵਾਰਵਾਦ ਹੈ, ਸਿਆਸਤ ਦੇ ਵਿੱਚ ਸਿਰਫ ਇਹ ਹੈ ਕਿ ਸਾਡੀ ਕੁਰਸੀ ਬਚਣੀ ਚਾਹੀਦੀ ਆ, ਆਉਂਦੇ 5 ਸਾਲਾਂ ਨੂੰ ਫਿਰ ਸਾਡੀ ਸਰਕਾਰ ਹੋਵੇ, ਜਾਂ ਅਸੀਂ ਮੁਕੰਮਲ ਜਿਹੜਾ ਪੂਰੇ ਭਾਰਤ ਦਾ ਸਫਾਇਆ ਜਿਹੜਾ ਸਿਰਫ ਆਪਣੀ ਸਰਕਾਰ ਦੇ ਨਾਲ ਹੀ ਰੱਖਣਾ, ਹੋਰ ਬਾਕੀ ਸਭ ਦਾ ਸਫਾਇਆ ਕਰ ਦੇਣਾ, ਸਿਰਫ ਭਾਰਤ ਤੇ ਸਾਡਾ ਹੀ ਪਰਚਮ ਲਹਿਰੇ। ਨਹੀਂ, ਗੱਲ ਉਹ ਠੀਕ ਹੈ ਤੁਹਾਡੀ ਗੱਲ, ਪਰਿਵਾਰਵਾਦ ਆਉਣਾ ਹੋਰ ਗੱਲ ਹੈਗੀ ਹੈ, ਠੀਕ ਹੈ ਇਹ ਗੱਲ, ਪਰ ਚੁਣਨਾ ਲੋਕਾਂ ਦੇ ਥਰੂ ਹੁੰਦਾ ਹੈ। ਪਰ ਹੁਣ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹ ਜਾਇਜ਼ ਇਸ ਕਰਕੇ ਲੱਗਦੀ ਹੈ ਕਿਉਂਕਿ ਚੋਣਾਂ ਤੋਂ ਪਹਿਲਾਂ ਹੀ ਦਾਅਵਾ ਠੋਕ ਦੇਣਾ। ਜਿਵੇਂ ਕਿਰਨ ਖੇਰ ਨੇ ਚੰਡੀਗੜ੍ਹ ਦੇ ਵਿੱਚ ਜਦੋਂ ਗੁਲਪਨਾਗ ਉਹਨੇ ਲੜੇ ਸੀਗੇ ਇੱਥੇ ਆਮ ਆਦਮੀ ਪਾਰਟੀ, ਜਦੋਂ ਕਾਫੀ ਬੋਲਬਾਲਾ ਸੀਗਾ ਚੰਡੀਗੜ੍ਹ ਦੇ ਵਿੱਚ ਸੀਟ ਦੇ ਉੱਤੇ, ਅਤੇ ਡੈਫੀਨੇਟ ਮਤਲਬ ਪੂਰੇ ਲੋਕ ਵੀ ਕਹਿ ਰਹੇ ਸੀਗੇ ਗੁਲਪਨਾਗ ਲੈ ਜੂ। ਲੇਕਿਨ 2 ਜਾਂ 3 ਦਿਨ ਪਹਿਲਾਂ ਕਿਰਨ ਖੇਰ ਦਾ ਬਿਆਨ ਆ ਜਾਂਦਾ ਕਿ ਮੈਂ ਜਿੱਤ ਗਈ, ਡੈਫੀਨੇਟ ਜਿੱਤ ਹੈ ਮੇਰੀ, ਹਰ ਹਾਲ 'ਚ ਮੈਂ ਜਿੱਤੀ ਪਈ ਹਾਂ। ਅਤੇ ਉਹ ਐਡਾ ਵੱਡਾ ਦਾਅਵਾ ਕਰ ਠੋਕ ਦੇਣਾ। ਅਤੇ ਹੁਣ ਅਮਿਤ ਸ਼ਾਹ ਦਾ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਦਾਅਵਾ ਠੋਕਣਾ ਕਿ 30 ਤੋਂ 26 ਸੀਟਾਂ ਅਸੀਂ ਲੈ ਕੇ ਜਾਵਾਂਗੇ, ਜਿੱਤ ਪ੍ਰਾਪਤ ਕਰਾਂਗੇ ਪਹਿਲੇ ਗੇੜ 'ਚ ਹੀ। ਅਤੇ ਜਿਹੜੀ EVM ਦਾ ਰੌਲਾ ਪਿਆ, ਇਹਦੇ ਵਿੱਚ ਲੱਗਦਾ ਕਿ ਇਹ ਸਹੀ ਤਰੀਕੇ ਨਾਲ ਲੋਕਤੰਤਰ ਰਿਹਾ ਹੀ ਨਹੀਂ। ਇਹ ਸੱਚੀ ਮੁੱਚੀ ਰਾਜੇ ਬਣ ਜਾ ਰਹੇ ਨੇ, ਰਾਜੇ ਬਣ ਕੇ ਲੋਕਾਂ ਨੂੰ ਲੁੱਟ ਕੇ ਕੁੱਟ ਕੇ ਵੋਟਾਂ ਪਵਾ ਕੇ ਆਪਣਾ ਹੁਣ ਉਹ ਵੋਟ ਸਿਸਟਮ ਨਾ ਖਤਮ ਕਰ ਦੇਣਾ, ਇਹ ਵੀ ਡਰ ਬਣਿਆ। ਕੀ ਪਤਾ ਲੱਗਦਾ ਇੱਦਾਂ ਦੇ ਬਿੱਲ ਲੈ ਕੇ ਆ ਰਹੀ ਹੈ ਜਿਵੇਂ ਸਰਕਾਰ ਜਿਹੜੇ ਲੋਕ ਮਾਰੂ ਹੈਗੇ ਨੇ, ਅਤੇ ਲੋਕਤੰਤਰ ਨੂੰ ਵੀ ਮਾਰ ਸਕਦੇ ਨੇ। ਕੋਈ ਖਾਸ ਗੱਲ ਨਹੀਂ ਹੈਗੀ। ਜੇ ਇਹਨਾਂ ਦਾ ਟਾਰਗੇਟ ਆ 2024 ਦੇ ਵਿੱਚ ਪੂਰੇ ਭਾਰਤ ਦੇ ਵਿੱਚ ਆਪਣਾ ਰਾਜ ਸਥਾਪਿਤ ਕਰ ਲੈਣਾ, ਅਤੇ ਇੱਥੇ ਹਾਲੇ ਲੋਕਾਂ ਦੇ ਹੱਥ ਵਿੱਚ ਵਾਗਡੋਰ ਹੈ ਕਿਤੇ ਨਾ ਕਿਤੇ। ਇੱਥੇ ਜੇ ਸਰਕਾਰਾਂ ਚਾਹੁਣ, ਜਿਹੜੀਆਂ ਨੌਨ BJP ਨੇ ਸਰਕਾਰਾਂ ਨੇ, ਜੇ ਉਹ ਚਾਹੁਣ ਤਾਂ ਮਤੇ ਪਾਸ ਕਰ ਸਕਦੀਆਂ ਨੇ, ਕੋਰਟਾਂ ਦੇ ਵਿੱਚ ਜਾ ਸਕਦੀਆਂ ਨੇ, ਪਰ ਕਰੇ ਕੌਣ? EVM ਦੇ ਅਗੇਂਸਟ ਵੀ EVM ਰਾਹੀਂ ਨਾ ਵੋਟਿੰਗ ਹੋਵੇ, ਬੈਲਟ ਪੇਪਰ ਰਾਹੀਂ ਹੋਵੇ, ਠੀਕ ਹੈ। ਅਤੇ ਜਾਂ ਹੋਰ ਰਸਤਾ ਜਿਹੜਾ ਬਾਹਰਲੇ ਦੇਸ਼ਾਂ ਦੇ ਲੋਕ ਅਪਣਾਉਂਦੇ ਨੇ, ਬਾਹਰਲੇ ਦੇਸ਼ ਅਪਣਾਉਂਦੇ ਨੇ ਵੋਟਿੰਗ ਦਾ, ਉਹ ਰਸਤਾ ਅਪਣਾ ਲੈਣਾ। ਉਹਦੇ ਲਈ ਕਿਵੇਂ EVM ਨੂੰ ਰੋਕਿਆ ਜਾਂਦਾ? ਇਹਨਾਂ ਕੋਲ ਸਾਰਾ ਕੁਛ ਹੁੰਦਾ, ਲੇਕਿਨ ਸਰਕਾਰਾਂ ਚਾਹੁੰਦੀਆਂ ਨੇ ਕਿ ਮੈਂ ਕੀ ਲੈਣਾ, ਅੱਜ ਲੁੱਟ ਖਸੁੱਟ ਮੈਂ ਕਰ ਲਈ, ਕੱਲ੍ਹ ਨੂੰ ਉਹ ਕਰ ਲੈਣਗੇ। ਇਹ ਹੱਥ ਮਿਲਾ ਕੇ ਚੱਲ ਰਹੇ ਨੇ, ਗੱਲ ਇਹੀ ਆ, ਹੱਥ ਮਿਲਾ ਕੇ ਚੱਲਦੇ ਨੇ। ਅਤੇ ਮੇਰੇ ਖਿਆਲ ਨਾਲ ਅੱਜ ਲੋਕਤੰਤਰ ਇੱਕ ਇਹੋ ਜਿਹਾ ਸ਼ਬਦ ਹੋ ਗਿਆ ਜਿਹਦੇ ਨਾਂ ਥੱਲੇ ਤੁਸੀਂ ਕੁਛ ਵੀ ਕਰ ਸਕਦੇ ਹੋ। ਕੋਈ ਵੀ ਧੱਕਾ, ਕੋਈ ਵੀ ਬਦਸਲੂਕੀ, ਕੋਈ ਵੀ ਠੱਗੀ ਠੋਰੀ, ਕੁਛ ਕਰ ਲਓ। ਐਡਾ ਪਵਿੱਤਰ ਸ਼ਬਦ ਸੀ, ਇਹਨਾਂ ਨੇ ਮਤਲਬ ਇੱਦਾਂ ਦਾ ਬਣਾ ਕੇ ਰੱਖਤਾ ਹੁਣ ਜਿਹੜੇ ਸਿਆਸਤਦਾਨ ਨੇ, ਕਿ ਲੱਗਦਾ ਨਹੀਂ ਕਿ ਲੋਕਤੰਤਰ ਕੋਈ ਬਹੁਤ ਵਧੀਆ ਸ਼ਬਦ ਸੀਗਾ ਜੇ ਹੈ, ਕਿ ਜਿਹਦੇ ਥੱਲੇ ਸੱਚੀ ਮੁੱਚੀ ਲੋਕਾਂ ਦਾ ਰਾਜ ਹੁੰਦਾ ਸੀ, ਜਾਂ ਹੁਣ ਲੋਕਾਂ ਦਾ ਰਾਜ ਹੋਵੇਗਾ ਜਾਂ ਹੈ, ਇਸ ਤਰ੍ਹਾਂ ਦਾ। ਮਤਲਬ ਉਹ ਸਾਰਾ ਕੁਛ ਮੋਡੀਫਾਈਡ ਕਰਤਾ ਇਹਨਾਂ ਨੇ ਲੋਕਤੰਤਰ। ਸਦਨਾਂ 'ਚ ਦੇਖ ਲਓ, ਕੀ ਵਿਧਾਨ ਸਭਾ, ਕੀ ਲੋਕ ਸਭਾ, ਕੀ ਰਾਜ ਸਭਾ ਦੇ ਵਿੱਚ ਕਿਵੇਂ ਉਦੋਂ ਨਹੀਂ ਮਰਿਆਦਾ ਭੰਗ ਹੁੰਦੀ ਇਹਨਾਂ ਦੀ, ਉਦੋਂ ਨਹੀਂ ਇਹਨਾਂ ਨੂੰ ਸ਼ਰਮ ਆਉਂਦੀ ਹੈਗੀ। ਉਦੋਂ ਵੀ ਤਾਂ ਨੰਗੇ ਹੀ ਹੁੰਦੇ ਨੇ ਇਹ, ਜਦੋਂ ਬਕਵਾਸ ਕਰਦੇ ਨੇ ਉੱਥੇ। ਮੈਂ ਇਹ ਲਫ਼ਜ਼ ਵਰਤ ਰਿਹਾ, ਸੌਰੀ, ਕਿ ਜਦੋਂ ਉੱਥੇ ਜਾ ਕੇ ਮਨ ਦੀ ਭਾਵਨਾ ਬੋਲਦੇ ਨੇ, ਗਾਲੀ ਕਰਦੇ ਹੁੰਦੇ ਨੇ, ਗਾਲੀ ਗਲੋਚ ਕਰਦੇ ਨੇ ਇੱਕ ਦੂਜੇ ਨੂੰ, ਉੱਦਾਂ ਪਵਿੱਤਰ ਮੰਦਰ ਕਹਿੰਦੇ ਨੇ ਇਹ। ਮਤਲਬ ਇਹਨਾਂ ਨੇ ਸਾਰੇ ਕਾਸੇ ਤੋਂ ਇੰਨਾ ਕੁ ਗੰਦਲਾ ਕਰਤਾ ਕਿ ਲੋਕਾਂ ਨੂੰ ਗੰਦਲਾ ਹੀ ਠੀਕ ਦਿਖਣ ਲੱਗ ਗਿਆ ਹੁਣ। ਅਤੇ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ ਉਹ ਇਹਨਾਂ ਨੇ ਆਪਣੇ ਪੱਖ ਵਿੱਚ ਕਰਨ ਨੂੰ ਸਿਸਟਮ ਗੰਦਾ ਕਰਤਾ, ਕਿ ਸਾਨੂੰ ਗੰਦਾ ਕਹਿਣ ਹੀ ਨਾ। ਸਿਸਟਮ ਇੰਨਾ ਗੰਦਾ ਕਰਤਾ ਕਿ ਇਹ ਲੋਕਾਂ ਨੂੰ ਐਂ ਲੱਗਣ ਲੱਗ ਗਿਆ ਕਿ ਇਹੀ ਸਿਸਟਮ ਹੁੰਦਾ, ਇਹਦੇ ਵਿੱਚ ਹੀ ਚੱਲਦਾ ਸਾਰਾ ਕੁਛ। ਤੁਸੀਂ ਦੇਖੋ ਅੰਦੋਲਨ ਚੱਲ ਰਿਹਾ ਹੈ, ਮਤਲਬ ਲੋਕਾਂ ਦੀ ਗੱਲ ਕਰ ਰਹੇ, ਹੁਣ ਥੋੜ੍ਹੀ ਜਿਹੀ ਹਟ ਕੇ ਹੈ ਥੋੜ੍ਹਾ ਜਿਹਾ ਵਿਸ਼ੇ ਤੋਂ, ਤੁਹਾਡੇ ਕੁਐਸਚਨ ਤੋਂ। ਅੰਦੋਲਨ ਚੱਲ ਰਿਹਾ ਹੈ, ਕੱਲ੍ਹ ਦੇਖਿਆ, ਕੱਲ੍ਹ ਹੋਲੀ ਲੰਘ ਕੇ ਗਈ ਆ, ਅਤੇ ਬੁਰਾ ਹਾਲ ਲੋਕਾਂ ਦਾ ਹੋਈ
ਕਿੱਥੇ ਲੋਕ ਬੱਚਿਆਂ ਨੂੰ ਲੈ ਕੇ ਬੈਠੇ ਨੇ, ਸੰਘਰਸ਼ ਲੜ ਰਹੇ ਨੇ, ਤੁਹਾਡੇ ਆਪਣੇ ਲੋਕਾਂ ਦੇ ਲਈ ਲੜ ਰਹੇ ਨੇ, ਆਪਣੇ ਲਈ ਲੜ ਰਹੇ ਨੇ, ਪੰਜਾਬ ਦੇ ਲਈ ਲੜ ਰਹੇ ਨੇ, ਹਰਿਆਣਾ ਦੇ ਲਈ ਲੜ ਰਹੇ ਨੇ, ਲੇਕਿਨ ਹੈ ਹੀ ਨਹੀਂ, ਕੋਈ ਵਿਚਾਰ ਹੀ ਨਹੀਂ ਹੈਗਾ। ਚਲੋ ਕੋਈ ਨਹੀਂ, ਅਸੀਂ ਕੀ ਲੈਣਾ, ਸਾਡਾ ਠੀਕ ਹੋਣਾ ਚਾਹੀਦਾ ਹੈ ਨਾ। ਉਹ ਮਤਲਬ ਐਂ ਕਿ ਗੁਆਂਢੀ ਦੇ ਅੱਗ ਲੱਗੀ ਦੇਖ ਕੇ ਬੈਠਾ ਤਮਾਸ਼ਾ ਦੇਖ ਰਿਹਾ ਬੰਦਾ, ਉਹ ਹਾਲ ਹੋ ਗਿਆ। ਉਹ ਇਹ ਭੁੱਲ ਗਿਆ ਕਿ ਕਿਤੇ ਲਾਂਬੂ ਇੱਧਰ ਨੂੰ ਨਿਕਲਿਆ, ਸਾਡੇ ਘਰੇ ਵੜ ਗਿਆ ਤਾਂ ਫਿਰ। ਪਰ ਉੱਥੇ ਤਾਂ ਕਿਸਾਨ ਵੀ ਹਰਿਆਣੇ ਤੇ ਪੰਜਾਬ ਜਾਂ ਹੋਰ ਸਾਰੇ ਉਹ ਵੀ ਰਲ ਕੇ ਉੱਥੇ ਹੋਲੀ ਮਨਾਉਂਦੇ ਦਿਖੇ ਨੇ। ਮੈਂ ਉਹੀ ਗੱਲ ਕਰਦਾ ਕਿ ਜਦੋਂ ਸਮਾਂ ਸਾਨੂੰ ਪਤਾ ਹੈ ਕਿ ਸਾਡੇ ਸਿਰ 'ਤੇ ਤਾਂ ਤਲਵਾਰ ਲਟਕ ਰਹੀ ਹੈ, ਇੰਨਾ ਕੁ ਗੰਭੀਰ ਸਮਾਂ, ਇੰਨਾ ਕੁ ਸਿਆਸਤਦਾਨਾਂ ਨੇ ਇੰਨਾ ਕੁ ਸਾਨੂੰ ਥੱਲੇ ਡੇਗਤਾ ਕਿ ਅੱਜ ਕਿਸ ਚੀਜ਼ ਦੇ ਲਾਲੇ ਨਹੀਂ ਪਏ ਹੋਏ। ਕਿਹੜੀ ਸਟੇਟ ਹੈ ਜਿਹੜੀ ਖੁਸ਼ਹਾਲ ਕਹਿ ਰਹੇ ਆਪਾਂ, ਖੁਸ਼ਹਾਲ ਸਟੇਟ ਹੈ, ਇਹਨੂੰ ਕੋਈ ਫਿਕਰ ਨਹੀਂ ਹੈਗਾ। ਬੇਰੁਜ਼ਗਾਰੀ ਦੇਖੋ ਕਿੱਥੇ ਚੱਲ ਗਈ, ਬੇਰੁਜ਼ਗਾਰੀ, ਮਹਿੰਗਾਈ ਕਿੱਥੇ ਚਲੀ ਗਈ, ਭ੍ਰਿਸ਼ਟਾਚਾਰ ਨੇ ਮਤਲਬ ਐਂ ਕਹਿ ਲਓ ਦਲਦਲ ਦੇ ਵਿੱਚ ਫਸ ਗਿਆ ਪੂਰਾ ਸਮਾਜ ਹੀ। ਕੋਈ ਇੱਕ ਫਾਈਲ ਕੱਢ ਕੇ ਦਿਖਾਓ ਆਪਦਾ, ਚਾਹੇ ਕੋਈ ਐਂ ਕਹਿ ਲਓ ਕਿ ਆਪਣੇ ਪਿਓ ਦਾ ਸਰਟੀਫਿਕੇਟ ਲੈਣਾ, ਮ੍ਰਿਤਕ ਸਰਟੀਫਿਕੇਟ ਬਿਨਾਂ ਪੈਸੇ ਤੋਂ ਲੈ ਕੇ ਦਿਖਾਓ ਜਾਂ ਬਿਨਾਂ ਗੇੜਿਆਂ ਮਾਰ ਕੇ ਲੈ ਕੇ ਦਿਖਾਓ। ਉੱਦਾਂ ਸੁਵਿਧਾ ਕੇਂਦਰ ਖੋਲ੍ਹੇ ਨੇ, ਉੱਥੇ ਦੇਖੋ ਜਾ ਕੇ ਤੁਸੀਂ, ਸੁਵਿਧਾ ਹੈ, ਤੁਹਾਨੂੰ ਕੋਈ ਪੁੱਛਦਾ ਬੜੇ ਨੂੰ? ਤੁਸੀਂ ਕਿਸੇ MLA ਦੇ ਘਰੇ ਜਾਂਦੇ, ਤੁਹਾਨੂੰ ਪੁੱਛਦਾ ਕੋਈ? ਜਦ ਤੱਕ ਤੁਹਾਡੀ ਅਪਰੋਚ ਨਾ ਹੋਵੇ, ਜਦ ਤੱਕ ਤੁਹਾਡੀ ਕੋਈ ਸਿਫਾਰਿਸ਼ ਨਾ ਹੋਵੇ, ਤੁਹਾਡਾ ਕੋਈ ਕੰਮ ਹੋ ਜਾਂਦਾ? ਜਦੋਂ ਤੱਕ ਤੁਸੀਂ ਕਿਸੇ ਦੀ ਮੁੱਠੀ ਨਾ ਗਰਮ ਕਰੋ, ਤੁਹਾਨੂੰ ਚੱਕ ਕੇ ਪੁਲਿਸ ਅੰਦਰ ਦੇ, ਤੁਹਾਡੀ ਸੁਣਵਾਈ ਕੋਈ ਨਹੀਂ। ਤੁਹਾਡੇ ਅੰਦਰ ਤੁਹਾਨੂੰ ਘਰੋਂ ਚੱਕ ਕੇ ਘੜੀਸ ਕੇ ਲੈ ਕੇ ਜਾਊ, ਤੁਹਾਡੇ 'ਤੇ ਪਰਚਾ ਪਾ ਦੂ ਨਸ਼ੇ ਦਾ। ਤੁਹਾਨੂੰ ਦੱਸੋ ਕਿੱਥੋਂ, ਤੁਸੀਂ ਜ਼ਮਾਨਤ ਤੱਕ ਨਹੀਂ ਹੁੰਦੀ। ਤੁਸੀਂ ਕਿਹੜਾ ਕਹਿੰਦੇ ਹੋ ਹਾਂ ਤੁਹਾਨੂੰ ਖੁਸ਼ੀਆਂ ਮਨਾਉਣ ਦਾ ਵੇਲਾ? ਅੱਛਾ, ਜਥੇਦਾਰ ਸਾਹਿਬ ਦੇ ਬਿਆਨ ਨੂੰ ਕਿੱਦਾਂ ਦੇਖਦੇ ਹੋ? ਜਥੇਦਾਰ ਸਾਹਿਬ ਕਹਿੰਦੇ ਨੇ ਕਿ ਧਰਮ ਦੇ ਅਧੀਨ ਜਿਹੜੀ ਉਹ ਰਾਜਨੀਤੀ ਜਾਂ ਸਿਆਸਤ ਹੋਣੀ ਚਾਹੀਦੀ ਹੈ, ਪਰ ਅੱਜ ਕੱਲ੍ਹ ਕਹਿੰਦੇ ਧਰਮ ਦੇ ਉੱਤੇ ਹਾਵੀ ਹੋਈ ਵੀ ਹੈ ਹਰ ਸੰਸਥਾ ਦੇ ਵਿੱਚ। ਪਰ ਜੇ ਉਹਨਾਂ ਨੂੰ ਕਿਹਾ ਜਾਵੇ ਕਿ ਥੋੜ੍ਹਾ ਜਿਹਾ ਇੱਧਰ ਪੀੜ੍ਹੀ ਥੱਲੇ ਵੀ ਸੋਟਾ ਮਾਰ ਲਿਆ ਜਾਵੇ ਵੀ ਇੱਥੇ ਕੀ ਚੱਲਦਾ ਸ਼੍ਰੋਮਣੀ ਕਮੇਟੀ ਦੇ ਵਿੱਚ, ਜਾਂ ਅਕਾਲੀ ਦਲ ਕਿਹਨਾਂ ਰਾਹਾਂ 'ਤੇ ਚੱਲਿਆ? ਜਦੋਂ ਆਪਣੀ ਕਹਿ ਲਓ ਵੀ ਆਪਣੀ ਵਾਰੀ ਆਉਂਦੀ ਹੈ ਨਾ, ਉਦੋਂ ਸਾਰਾ ਕੁਝ ਜਦੋਂ ਆਪਣੇ 'ਤੇ ਪੈਂਦੀ ਹੈ ਕਹਿ ਲਓ, ਫਿਰ ਪਤਾ ਲੱਗਦਾ ਹੈ। ਆਪਾਂ ਸਿੱਧੇ ਤੌਰ 'ਤੇ ਕਹਿ ਲਓ, ਹੁਣ ਸਿੱਕਾ ਨਹੀਂ ਚੱਲ ਰਿਹਾ, ਅਕਾਲੀ ਦਲ ਦਾ ਸਿੱਕਾ ਨਹੀਂ ਚੱਲ ਰਿਹਾ, ਅਕਾਲੀ ਦਲ ਦਾ ਗ੍ਰਾਫ ਲਗਾਤਾਰ ਨੀਵਾਂ ਆ ਰਿਹਾ ਹੈ। ਜਦੋਂ ਚੱਲਦਾ ਸੀ ਉਦੋਂ ਆਹੀ ਅਕਾਲੀ ਦਲ ਸੀ, ਆਹੀ ਜਥੇਦਾਰ ਸੀਗੇ ਜਿਹੜੇ ਇੱਕ ਐਂ ਕਹਿ ਲਓ ਵਰਡ ਤੱਕ ਨਹੀਂ ਮੂੰਹ 'ਚੋਂ ਕੱਢਦੇ ਸੀਗੇ ਵੀ ਕਿਤੇ ਮਾੜਾ ਹੋਇਆ ਚੰਗਾ ਹੋਇਆ। ਉਦੋਂ ਧਰਮ ਨਹੀਂ ਸੀਗਾ, ਜਾਂ ਉਦੋਂ ਧਰਮ ਪੂਰਾ ਪ੍ਰਫੁੱਲਤ ਸੀਗਾ, ਫੁੱਲ ਲੱਗੇ ਹੋਏ ਸੀ ਧਰਮ ਨੂੰ, ਬੜਾ ਧਰਮ ਦਾ ਬੂਟਾ ਬੜਾ ਵੱਧ ਫੁੱਲ ਰਿਹਾ ਸੀਗਾ। ਉਦੋਂ ਧੱਕੇ ਨਹੀਂ ਸੀ ਹੁੰਦੇ, ਗੋਲੀਆਂ ਚੱਲੀਆਂ ਨੇ। ਆਪਾਂ ਕੱਲ੍ਹ ਦੀਆਂ ਤਾਂ ਗੱਲਾਂ ਨੇ, ਸ਼ਰੇਆਮ ਗੋਲੀਆਂ ਚੱਲੀਆਂ ਨੇ, ਨਸ਼ਾ ਸ਼ਰੇਆਮ ਵੀ ਗਿਆ। ਕਿੰਨੇ ਮਾਵਾਂ ਦੇ ਪੁੱਤ ਤੁਸੀਂ ਦੇਖਿਆ ਕਿ ਨਸ਼ੇ ਦੇ ਵਿੱਚ ਕਿੱਡੇ ਸਿਆਸਤਦਾਨ ਦੇ ਨਾਂ ਆਏ, ਅਤੇ ਕਿੰਨੇ ਲੋਕ ਨੌਜਵਾਨ ਜਿਹੜੇ ਬਿਲਕਦੇ ਮਰ ਗਏ, ਕਿਤੇ ਓਵਰਡੋਜ਼ ਹੋ ਗਿਆ, ਕਿਤੇ ਨਸ਼ਾ ਨਹੀਂ ਮਿਲਿਆ, ਕਿਤੇ ਘਰ ਦੇ ਮਾਰਦੇ, ਕਿਤੇ ਮਾਂ-ਬਾਪ ਮਰ ਰਹੇ ਨੇ। ਬਕਾਇਦਾ ਤੌਰ 'ਤੇ ਮੀਡੀਆ ਦੇ ਵਿੱਚ ਖਬਰਾਂ ਲੱਗੀਆਂ ਨੇ। ਉਦੋਂ ਜਥੇਦਾਰ ਕਿੱਥੇ ਸੀਗੇ? ਉਦੋਂ ਕਿਉਂ ਨਹੀਂ ਬਿਆਨ ਦਿਆ ਵੀ ਇਹ ਰਾਜਨੀਤੀ ਹਾਵੀ ਹੋ ਰਹੀ ਹੈ ਬਈ? ਅਤੇ ਜੇ ਨਸ਼ਾ ਇੱਦਾਂ, ਖਾਸ ਕਰ ਆਪਾਂ ਜਿੱਥੇ ਸਿੱਖ ਧਰਮ ਬਹੁਤ ਜ਼ਿਆਦਾ ਆ, ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ, ਅਤੇ ਸਿੱਖ ਧਰਮ ਦੇ ਨੌਜਵਾਨਾਂ ਨੂੰ ਜਿੱਥੇ ਨਸ਼ਾ ਖਿਲਾ ਕੇ ਤੁਸੀਂ ਮਾਰ ਰਹੇ ਹੋ, ਜਿੱਥੇ ਨੌਜਵਾਨ ਸਿੱਖ ਨੌਜਵਾਨ ਜਿਹੜੇ ਬਾਹਰ ਰੁਜ਼ਗਾਰ ਭਾਲਣ ਜਾ ਕੇ ਦਿਹਾੜੀਆਂ ਮਜ਼ਦੂਰੀਆਂ ਕਰਨ ਲਈ ਮਜਬੂਰ ਨੇ, ਉਦੋਂ ਰਾਜਨੀਤੀ ਨਹੀਂ ਸੀਗੀ ਭਾਰੀ। ਉਹ ਅੱਜ ਰਾਜਨੀਤੀ ਭਾਰੀ ਹੋ ਗਈ। ਅੱਜ ਇਹਨਾਂ ਦਾ ਆਪਦਾ ਥੱਲੇ ਗਰਾਫ ਆਉਣ ਲੱਗ ਗਿਆ। ਅੱਜ ਗੁਰਦੁਆਰਿਆਂ 'ਚ ਸੰਗਤ ਘਟਣ ਲੱਗ ਗਈ, ਜਾਂ ਗੁਰਦੁਆਰਿਆਂ 'ਚ ਗੋਲਕਾਂ 'ਚ ਪੈਸਾ ਘਟਣ ਲੱਗ ਗਿਆ, ਜਾਂ ਇਹਨਾਂ ਦਾ ਰਾਜ ਭਾਗ ਨੂੰ ਹੱਥ ਨਹੀਂ ਪੈਂਦਾ ਦਿਸ ਰਿਹਾ, ਅਤੇ ਅੱਜ ਰਾਜਨੀਤੀ ਹਾਵੀ ਹੋ ਗਈ, ਇਹਨੂੰ ਘਟਾਓ ਜੀ। ਨਾਲੇ ਇਹ ਵੀ ਤਾਂ ਸਵਾਲ ਉੱਠਦਾ ਨਾ, ਭਾਵੇਂ ਕਿ ਆਪਾਂ ਸਾਰੇ ਜਥੇਦਾਰ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ ਕਿ ਠੀਕ ਹੈ ਧਰਮ ਦੇ ਅਧੀਨ ਰਾਜਨੀਤੀ ਹੋਣੀ ਚਾਹੀਦੀ ਹੈ, ਪਰ ਸਵਾਲ ਫਿਰ ਜਥੇਦਾਰ ਸਾਹਿਬ 'ਤੇ ਵੀ ਉੱਠਦਾ ਕਿ ਪਹਿਲਾਂ ਤਾਂ ਤੁਹਾਡੀ ਚੋਣ ਹੀ ਦੱਸ ਦਿਓ ਵੀ ਕਿਹੜੇ ਹਿਸਾਬ ਨਾਲ ਹੋਈ ਹੈ, ਕਿਸ ਤਰ੍ਹਾਂ ਦੀ ਰਾਜਨੀਤੀ, ਕਿਸ ਤਰ੍ਹਾਂ ਦਾ ਉੱਥੇ ਧਰਮ ਨੂੰ ਅੱਗੇ ਰੱਖ ਕੇ ਚੋਣ ਕੀਤੀ ਗਈ। ਕੋਈ ਸੀਨੀਅਰਟੀ ਨਹੀਂ, ਕੋਈ ਕੁਛ ਨਹੀਂ, ਪਰਚੀ ਆਈ ਅਤੇ ਜਥੇਦਾਰ ਸਾਹਿਬ ਬਾਹਰ ਨਿਕਲ ਕੇ ਪਰਚੀ, ਉਹ ਵੀ ਕਾਰਜਕਾਰੀ ਜਥੇਦਾਰ। ਬਿਲਕੁਲ ਜੀ, ਰਾਜਨੀਤੀ ਮੈਂ ਕਹਿ ਰਿਹਾ ਨਾ ਵੀ ਜਦੋਂ ਆਪਣੇ 'ਤੇ ਪੈਂਦੀ ਹੈ ਪਤਾ ਲੱਗਦਾ। ਗੱਲ ਤਾਂ ਇਹੀ ਆ, ਅੱਜ ਰਾਜਨੀਤੀ ਕਰਕੇ ਜੇ ਤੁਸੀਂ ਕਾਰਜਕਾਰੀ ਦੀ ਗੱਲ ਕਰੀਏ, ਰਾਜਨੀਤੀ ਕਰਕੇ ਹੀ ਜਥੇਦਾਰੀ ਦੀ ਪੋਸਟ ਚੱਲ ਰਹੀ ਹੈ। ਸਭ ਤੋਂ ਪਹਿਲਾਂ ਹੀ ਆ, ਰਾਜਨੀਤੀ ਕਰਕੇ ਹੀ ਆ, ਨਹੀਂ ਲੋੜ ਨਹੀਂ ਕੋਈ ਏਡੀ ਵੱਡੀ। ਕਿਹੜੇ ਜਥੇਦਾਰ, ਕੀ ਗੱਲ ਵੀ ਜਿਹੜੀ ਸੰਗਤ ਹੈ, ਸਿੱਖ ਸੰਗਤ ਹੈ, ਜਿਹੜੀ ਗੁਰਦੁਆਰਿਆਂ ਦੇ ਵਿੱਚ ਆਪਣੇ ਦਸਵੰਧ ਕੱਢ ਕੇ ਗੁਰਦੁਆਰਿਆਂ ਦੇ ਵਿੱਚ ਭੇਟ ਕਰਦੇ ਆ ਜਾ ਕੇ ਗੁਰੂ ਚਰਨਾਂ ਦੇ ਵਿੱਚ, ਕਿ ਉਹ ਗੁਰਦੁਆਰਿਆਂ ਦੇ ਮੈਨੇਜਮੈਂਟ ਨਹੀਂ ਕਰ ਸਕਦੇ? ਉਹਨਾਂ ਦੇ ਹੱਥ ਕਿਉਂ ਨਹੀਂ ਦਿੰਦੇ ਇਹ ਬਾਗਡੋਰ? ਉਹਨਾਂ ਦੇ ਹੱਥ ਗੋਲਕਾਂ ਦੇ ਕੇ ਦੇਖੋ,
ਗੋਲਕਾਂ ਭਰ ਨਿਕਲਣਗੀਆਂ। ਇਹ ਤਾਂ ਹੁਣ ਮੈਂ ਕਹਿੰਦਾ ਵੀ ਇਹ ਅੱਧਾ ਹਿੱਸਾ ਵੀ ਨਹੀਂ ਹੈ। ਜੇ ਉਹਨਾਂ ਦੇ ਹੱਥਾਂ 'ਚ ਪ੍ਰਬੰਧ ਆ ਜੇ, ਉਹ ਤਾਂ ਆਪਣੇ ਪੱਲਿਓਂ ਤੋਂ ਲਾ ਕੇ ਚੀਜ਼ਾਂ ਸਵਾਰ ਕੇ ਦੇ ਦੇਣ। ਅਤੇ ਇਹ ਸਿਰਫ ਆਪਣੀਆਂ ਇਹਨਾਂ ਗੋਲਕਾਂ ਨੂੰ ਵਰਤਦੇ ਨੇ ਆਪਣੇ ਵਾਸਤੇ। ਜੇ ਕਾਰਜਕਾਰੀ ਜਥੇਦਾਰ ਦੀ ਗੱਲ ਕੀਤੀ, ਕਾਰਜਕਾਰੀ ਜਥੇਦਾਰ ਦੀ ਮਤਲਬ ਕੀ ਹੈ? ਕਾਰਜਕਾਰੀ ਜਥੇਦਾਰ ਦੀ ਕੀ ਪੋਸਟ ਹੈ? ਹੁਣ ਤੱਕ ਕਾਰਜਕਾਰੀ ਚੱਲੀ ਜਾ ਰਿਹਾ ਹੈ। ਆਪਾਂ ਇੱਕ ਵਾਰ ਪਹਿਲਾਂ ਵੀ ਗੱਲ ਕੀਤੀ ਸੀ ਵੀ ਕੱਲ੍ਹ ਨੂੰ ਜੇ ਪਹਿਲੇ ਤਾਂ ਗੱਲ ਇਹਨਾਂ ਕੋਲ ਕੋਈ ਪੱਕਾ ਜਥੇਦਾਰ ਲਾਉਣ ਨੂੰ ਕੋਈ ਹੈ ਨਹੀਂ, ਬੰਦਾ ਨਹੀਂ ਹੈਗਾ ਕੋਈ। ਫਿਰ ਜੇ ਨਹੀਂ ਹੈਗਾ ਤਾਂ ਕਾਰਜਕਾਰੀ ਦਾ ਉਸ ਦਾ ਅਹੁਦਾ ਕਿਉਂ ਦਿੱਤਾ ਹੋਇਆ? ਜੇ ਉਹ ਵੀ ਯੋਗ ਨਹੀਂ ਹੈਗਾ, ਫਿਰ ਕਾਰਜਕਾਰੀ ਵੀ ਕਿਉਂ ਬਣਾਇਆ? ਉਹਦੇ ਫੈਸਲਿਆਂ ਨੂੰ ਕੱਲ੍ਹ ਨੂੰ ਕੌਣ ਬਦਲੂਗਾ ਜੇ ਉਹ ਗਲਤ ਫੈਸਲੇ ਲੈ ਗਿਆ? ਫਿਰ ਸੋ ਰਾਜਨੀਤੀ ਤਾਂ ਉੱਥੋਂ ਹੀ ਤਾਂ ਸ਼ੁਰੂ ਹੋ ਰਹੀ ਹੈ। ਠੀਕ ਹੈ, ਇਹ ਮਤਲਬ ਆਪਣੇ ਘਰ 'ਚ ਰਾਜਨੀਤੀ ਨਹੀਂ ਦੇਖ ਰਹੇ। ਇਹ ਜਿਹੜਾ ਬਿਆਨ ਆਇਆ ਹੈ ਜਥੇਦਾਰ ਸਾਹਿਬ ਦਾ ਕਿ ਰਾਜਨੀਤੀ ਹਾਵੀ ਹੋ ਗਈ, ਆਰਥਿਕਤਾ ਦੇਸ਼ ਦੀ ਜਾਂ ਦੇਸ਼ ਹੈ ਜਿਹੜਾ ਉਹ ਡਾਵਾਂਡੋਲ ਹੋ ਰਿਹਾ ਹੈ, ਲੋਕਤੰਤਰ ਨੂੰ ਖਤਰਾ ਹੋ ਰਿਹਾ ਜਾਂ ਡਾਵਾਂਡੋਲ ਹੋ ਰਿਹਾ, ਤਾਂ ਉਹ ਇਹਨਾਂ ਦੀ ਪਾਰਟੀ ਵਾਸਤੇ ਨਹੀਂ ਹੈਗਾ, ਇਹ ਦੂਜੀਆਂ ਪਾਰਟੀਆਂ ਲਈ ਹੈ। ਉਹ ਨਾ ਰਾਜਨੀਤੀ ਕਰਨ, ਉਹ ਨਾ ਇਹਨਾਂ ਦੇ ਕੰਮਾਂ 'ਚ ਦਖਲ ਨਾ ਦੇਣ, ਉਹ ਧਾਰਮਿਕ ਮਸਲਿਆਂ 'ਚ ਨਾ ਦਖਲ ਦੇਣ। ਜੇ ਧਾਰਮਿਕ ਮਸਲਿਆਂ 'ਚ ਦਖਲ ਦਿੱਤਾ ਫਿਰ ਉਹ ਕਾਂਗਰਸੀ ਨੇ ਜੀ, ਕਾਂਗਰਸ ਨੇ 84 'ਚ ਹਮਲਾ ਕਰਿਆ, ਉਹ ਕੇਜਰੀਵਾਲ ਹੈ ਜੀ, ਉਹ RSS ਹੈ ਜੀ, ਉਹ ਫਲਾਣਾ ਜੀ। ਤੁਸੀਂ ਛੱਡੋ ਸਾਰਿਆਂ ਨੂੰ, ਨਾ ਕਾਂਗਰਸ ਨੂੰ ਰੱਖੋ, ਨਾ ਆਮ ਆਦਮੀ ਨੂੰ ਫੜੋ, ਨਾ ਕਿਸੇ RSS ਵਾਲੇ ਨੂੰ। ਤੁਸੀਂ ਪੰਜਾਬ ਦੇ ਲੋਕਾਂ ਨੂੰ ਦੇ ਦਿਓ ਨਾ ਉਹਨਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ, ਉਹਨਾਂ ਨੂੰ ਦੇ ਦਿਓ। ਕਿਉਂ ਪ੍ਰਧਾਨਾਂ ਦੀ ਲੋੜ ਪੈ ਰਹੀ ਹੈ? ਕਿਉਂ ਜਥੇਦਾਰਾਂ ਦੀ ਲੋੜ ਪੈ ਰਹੀ ਹੈ? ਦੇਖੋ ਕਿਵੇਂ ਬਹਾਨਾ ਖਿਲਦੀਆਂ ਨੇ, ਕਿਵੇਂ ਹਸਪਤਾਲ ਖੁੱਲ੍ਹਣਗੇ, ਕਿਵੇਂ ਸਕੂਲ ਖੁੱਲ੍ਹਣਗੇ ਮੁਫਤ 'ਚ। ਉਹ ਦੇਖਦੇ ਜਾਓ। ਫਿਰ ਉਹ ਚੀਜ਼ ਦੇ ਨਹੀਂ ਸਕਦੇ ਅਤੇ ਰਾਜਨੀਤੀ ਤੁਸੀਂ ਆਪ ਹੀ ਕਰ ਰਹੇ ਹੋ। ਬਿਲਕੁਲ ਜੀ, ਸ਼ੁਕਰੀਆ, ਧੰਨਵਾਦ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।